ਅੱਜ ਅਸੀਂ ਜੋ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ ਇਸ ਸਿਰਲੇਖ ਨਾਲ ਪਰਮੇਸ਼ਵਰ ਦੇ ਵਚਨਾਂ ਦਾ ਅਧਿਐਨ ਕਰਦੇ ਹਾਂ। ਸਰਦੀਆਂ ਦੀਆਂ ਓਲੰਪਿਕ ਖੇਡਾਂ ਵਿੱਚ ਕਾਫੀ ਚੀਜ਼ਾਂ ਹੋਈਆਂ। ਉਹਨਾਂ ਵਿੱਚੋਂ ਮੈਂ ਇੱਕ ਕਹਾਣੀ ਦੱਸਣਾ ਚਾਹੁੰਦਾ ਹਾਂ ਜੋ ਅੱਜ ਦੇ ਉਪਦੇਸ਼ ਸਿਰਲੇਖ ਨਾਲ ਮੇਲ ਖਾਂਦੀ ਹੈ। 3000 ਮੀਟਰ ਦੀ ਸ਼ਾਰਟ ਟਰੈਕ ਸਪੀਡ ਸਕੇਟਿੰਗ ਰੀਲੇ ਵਿੱਚ ਇੱਕ ਸਕੇਟਰ ਬੈਟਨ ਦੂਸਰੇ ਨੂੰ ਦੇਣ ਵੇਲੇ ਡਿੱਗ ਗਈ। ਇੱਥੋਂ ਤੱਕ ਕਿ ਇੱਕ ਸਕਿੰਟ ਦੇ 100ਵੇਂ ਭਾਗ ਦਾ ਅੰਤਰ ਵੀ ਜਿੱਤਣ ਵਾਲੇ ਦਾ ਫੈਸਲਾ ਕਰ ਸਕਦਾ ਹੈ। ਤਦ ਇਸ ਤਰ੍ਹਾਂ ਦੀ ਦੌੜ ਵਿੱਚ ਡਿੱਗਣ ਨਾਲ ਤੁਹਾਡੇ ਜਿੱਤਣ ਦੀ ਉਮੀਦ ਲਗਭਗ ਜ਼ੀਰੋ ਹੋ ਜਾਂਦੀ ਹੈ। ਡਿੱਗਣ ਤੋਂ ਬਾਅਦ ਉਹ ਬਾਕੀ ਸਭ ਤੋਂ ਅੱਧਾ ਮੋੜ ਪਿੱਛੇ ਸੀ। ਜੇਕਰ ਉਹ ਪਹਿਲਾਂ ਤੋਂ ਹੀ ਅੱਧਾ ਮੋੜ ਪਿੱਛੇ ਸੀ ਤਦ ਮੈਨੂੰ ਲੱਗਦਾ ਹੈ ਕਿ ਉਸ ਨੂੰ ਦੌੜ ਛੱਡ ਦੇਣੀ ਚਾਹੀਦੀ ਸੀ। ਹਾਲਾਂਕਿ ਉਸ ਦੀ ਟੀਮ ਨੇ ਦੌੜ ਪੂਰੀ ਕੀਤੀ ਅਤੇ ਪਹਿਲਾ ਥਾਂ ਪ੍ਰਾਪਤ ਵੀ ਕੀਤਾ ਅਤੇ ਵਿਸ਼ਵ ਰਿਕਾਰਡ ਵੀ ਬਣਾਇਆ। ਕਿਉਂਕਿ ਉਹਨਾਂ ਨੇ ਹਾਰ ਨਾ ਮੰਨਦੇ ਹੋਏ ਦੌੜ ਪੂਰੀ ਕੀਤੀ, ਇਸ ਕਰਕੇ ਉਹ ਦੂਸਰੇ ਅਤੇ ਤੀਸਰੇ ਸਥਾਨ ਤੋਂ ਕਾਫੀ ਅੱਗੇ ਹੋ ਕੇ ਪਹਿਲੇ ਨੰਬਰ ਤੇ ਆਏ। ਭਰਾਵੋ ਅਤੇ ਭੈਣੋ, ਵਿਸ਼ਵਾਸ ਦੇ ਜੰਗਲ ਵਿੱਚ ਤੁਰਦੇ ਹੋਏ ਅਸੀਂ ਕਦੀ-ਕਦੀ ਅਨੇਕ ਪ੍ਰੀਖਿਆਵਾਂ ਦੇ ਕਾਰਨ ਡਿੱਗ ਜਾਂਦੇ ਹਾਂ। ਭਾਵੇਂ ਅਸੀਂ ਕਾਫੀ ਹਾਲਾਤਾਂ ਦਾ ਸਾਹਮਣਾ ਕਰਦੇ ਹਾਂ ਜੋ ਸਾਨੂੰ ਡਿਗਾਉਂਦੇ ਹਨ, ਪਰ ਕੀ ਸਾਨੂੰ ਰੋਲੀ ਪਾਲੀ ਖਿਡੌਣੇ ਦੇ ਵਾਂਗ ਦੁਬਾਰਾ ਉੱਠ ਕੇ ਆਪਣੀ ਮੰਜ਼ਿਲ ਸਵਰਗ ਦੇ ਰਾਜ ਵਿੱਚ ਨਹੀਂ ਪਹੁੰਚਣਾ ਚਾਹੀਦਾ? ਉੱਥੇ ਜਾਣ ਦੇ ਰਾਹ ਵਿੱਚ ਅਸੀਂ ਕਦੀ-ਕਦੀ ਡਿੱਗ ਜਾਂਦੇ ਹਾਂ ਅਤੇ ਇੱਕ ਪ੍ਰੀਖਿਆ ਦਾ ਸਾਹਮਣਾ ਕਰਦੇ ਹਾਂ ਜੋ ਸਾਨੂੰ ਸੋਚਣ ਤੇ ਮਜਬੂਰ ਕਰਦੀ ਹੈ ਕਿ ਮੈਨੂੰ ਹਾਰ ਮੰਨ ਲੈਣੀ ਚਾਹੀਦੀ ਹੈ। ਹਾਲਾਂਕਿ ਆਓ ਅਸੀਂ ਸਵਰਗੀ ਪਰਿਵਾਰ ਦੇ ਮੈਂਬਰ ਬਣੀਏ ਜੋ ਬਿਨਾਂ ਹਾਰ ਮੰਨੇ ਸਦੀਪਕ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨਗੇ। ਇਸ ਲਈ ਯੀਸ਼ੂ ਨੇ ਕਿਹਾ, ਸਿਰਫ ਉਹ ਜੋ ਅੰਤ ਤੱਕ, ਮਤਲਬ ਜਦੋਂ ਤੱਕ ਸ਼ਾਨਦਾਰ ਸਵਰਗੀ ਰਾਜ ਦੇ ਦਰਵਾਜ਼ੇ ਖੁੱਲ੍ਹ ਨਹੀਂ ਜਾਂਦੇ, ਵਿਸ਼ਵਾਸ ਵਿੱਚ ਪੱਕਾ ਰਹੇਗਾ, ਉਸੇ ਦੀ ਮੁਕਤੀ ਹੋਵੇਗੀ। ਆਓ ਅਸੀਂ ਮਤੀ ਅਧਿਆਇ 10 ਵਿੱਚ ਇਸ ਬਾਰੇ ਦੇਖੀਏ। ਮਤੀ ਅਧਿਆਇ 10 ਆਇਤ 16। ਵੇਖੋ, ਮੈਂ ਤੁਹਾਨੂੰ ਭੇਡਾਂ ਵਾਂਗੂ ਬਘਿਆੜਾਂ ਵਿੱਚ ਭੇਜਦਾ ਹਾਂ, ਸੋ ਤੁਸੀਂ ਸੱਪਾਂ ਵਰਗੇ ਹੁਸ਼ਿਆਰ ਅਤੇ ਕਬੂਤਰਾਂ ਵਰਗੇ ਭੋਲੇ ਹੋਵੋ। ਪਰ ਮਨੁੱਖਾਂ ਤੋਂ ਚੌਕਸ ਰਹੋ, ਕਿਉਂ ਜੋ ਉਹ ਤੁਹਾਨੂੰ ਮਜਲਿਸਾਂ ਦੇ ਹਵਾਲੇ ਕਰਨਗੇ ਅਤੇ ਆਪਣੀਆਂ ਸਮਾਜਾਂ ਵਿੱਚ ਤੁਹਾਨੂੰ ਕੋਰੜੇ ਮਾਰਨਗੇ, ਅਤੇ ਤੁਸੀਂ ਮੇਰੇ ਕਾਰਨ ਹਾਕਮਾਂ ਅਤੇ ਰਾਜਿਆਂ ਦੇ ਅੱਗੇ ਹਾਜ਼ਰ ਕੀਤੇ ਜਾਓਗੇ ਜੋ ਉਹਨਾਂ ਉੱਤੇ ਅਰ ਪਰਾਈਆਂ ਕੌਮਾਂ ਉੱਤੇ ਸਾਖੀ ਹੋਵੇ। ਪਰ ਜਦ ਉਹ ਤੁਹਾਨੂੰ ਫੜਵਾਉਣ ਤਾਂ ਚਿੰਤਾ ਨਾ ਕਰੋ ਜੋ ਅਸੀਂ ਕਿੱਕਰ ਜਾਂ ਕੀ ਬੋਲੀਏ, ਕਿਉਂਕਿ ਜਿਹੜੀ ਗੱਲ ਤੁਸਾਂ ਬੋਲਣੀ ਹੈ ਉਹ ਤੁਹਾਨੂੰ ਉਸੇ ਘੜੀ ਬਖਸ਼ੀ ਜਾਵੇਗੀ। ਬੋਲਣ ਵਾਲੇ ਤੁਸੀਂ ਤਾਂ ਨਹੀਂ, ਪਰ ਤੁਹਾਡੇ ਪਿਤਾ ਦਾ ਆਤਮਾ ਜਿਹੜਾ ਤੁਹਾਡੇ ਵਿੱਚ ਬੋਲਦਾ ਹੈ। ਅਰ ਭਾਈ ਭਾਈ ਨੂੰ ਅਤੇ ਪਿਓ ਪੁੱਤਰ ਨੂੰ ਮੌਤ ਲਈ ਫੜਵਾਏਗਾ, ਅਤੇ ਬਾਲਕ ਆਪਣੇ ਮਾਪਿਆਂ ਦੇ ਵਿਰੁੱਧ ਉੱਠ ਖੜੇ ਹੋਣਗੇ ਅਤੇ ਉਹਨਾਂ ਨੂੰ ਮਰਵਾ ਸੁੱਟਣਗੇ, ਅਤੇ ਮੇਰੇ ਨਾਮ ਕਰਕੇ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ। ਪਰ ਜਿਹੜਾ ਕਦ ਤੋੜੀ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ। ਇੱਥੇ ਅੰਤ ਤੋੜੀ ਦਾ ਅਰਥ ਹੈ ਜਦੋਂ ਤੱਕ ਇਹ ਖਤਮ ਨਾ ਹੋ ਜਾਵੇ। ਜੋ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ। ਭਾਵੇਂ ਜੇਕਰ ਅਸੀਂ ਕਾਫੀ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰੀਏ, ਪਰ ਸਾਨੂੰ ਅੰਤ ਤੱਕ ਆਪਣਾ ਵਿਸ਼ਵਾਸ ਬਣਾਏ ਰੱਖਣਾ ਚਾਹੀਦਾ ਹੈ। ਭਾਵੇਂ ਔਰਤਾਂ ਦੀ 3000 ਮੀਟਰ ਰੀਲੇ ਵਿੱਚ ਸਕੇਟਰ ਡਿੱਗ ਗਈ, ਪਰ ਉਹ ਉੱਠੀ ਅਤੇ ਦੌੜਨਾ ਜਾਰੀ ਰੱਖਿਆ। ਭਾਵੇਂ ਉਹ ਬਹੁਤ ਪਿੱਛੇ ਸੀ ਅਤੇ ਹਾਰ ਮੰਨ ਸਕਦੀ ਸੀ, ਪਰ ਉਹਨਾਂ ਨੇ ਸਕੇਟਿੰਗ ਜਾਰੀ ਰੱਖੀ ਅਤੇ ਵਿਸ਼ਵ ਰਿਕਾਰਡ ਨੂੰ ਤੋੜਦੇ ਹੋਏ ਪਹਿਲਾ ਸਥਾਨ ਹਾਸਿਲ ਕੀਤਾ। ਜਦੋਂ ਮੈਂ ਇਹ ਦੇਖਿਆ ਤਦ ਮੈਂ ਸੋਚਿਆ, ਇਹ ਸਿਰਫ ਇੱਕ ਖੇਡ ਨਹੀਂ ਹੈ, ਪਰ ਇਸ ਤਰ੍ਹਾਂ ਲੱਗਦਾ ਹੈ ਕਿ ਪਰਮੇਸ਼ਵਰ ਨੇ ਸਾਡੇ ਲਈ ਇਹ ਹਾਲਾਤ ਬਣਾਏ ਹਨ। ਵਿਸ਼ਵਾਸ ਦੇ ਜੰਗਲ ਦੀ ਲੰਬੀ ਯਾਤਰਾ ਵਿੱਚ ਤੁਰਦੇ ਹੋਏ ਅਸੀਂ ਕਾਫੀ ਪ੍ਰੀਖਿਆਵਾਂ ਦਾ ਸਾਹਮਣਾ ਕਰ ਸਕਦੇ ਹਾਂ ਅਤੇ ਕਦੀ-ਕਦੀ ਵਿਸ਼ਵਾਸ ਵਿੱਚ ਕਮਜ਼ੋਰ ਹੁੰਦੇ ਹਾਂ। ਕਿਸੇ ਨੂੰ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋ ਸਕਦੀ ਹੈ ਜਾਂ ਕੋਈ ਡਿੱਗ ਸਕਦੇ ਹਨ। ਪਰਮੇਸ਼ਵਰ ਆਦਿ ਤੋਂ ਅੰਤ ਦੇਖਦੇ ਹਨ, ਇਸ ਲਈ ਉਹ ਸਾਨੂੰ ਉਤਸ਼ਾਹਿਤ ਹੋਣ ਦੇ ਕਿਹੜੇ ਵਚਨ ਦਿੰਦੇ ਹਨ? ਅੰਤ ਤੋੜੀ ਸਹਿੰਦੇ ਰਹੋ, ਜੋ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ।
ਆਓ ਅਸੀਂ ਮਤੀ ਅਧਿਆਇ 24 ਤੇ ਇੱਕ ਨਜ਼ਰ ਪਾਈਏ। ਆਇਤ 7, ਕੌਮ ਕੌਮ ਉੱਤੇ ਅਤੇ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ ਅਤੇ ਥਾਂ ਥਾਂ ਕਾਲ ਪੈਣਗੇ ਅਤੇ ਭੁਚਾਲ ਆਉਣਗੇ, ਪਰ ਇਹ ਸਭ ਕੁਝ ਪੀੜਾਂ ਦਾ ਆਰੰਭ ਹੈ। ਤਦ ਉਹ ਤੁਹਾਨੂੰ ਬਿਪਤਾ ਲਈ ਫੜਵਾ ਦੇਣਗੇ ਔਰ ਤੁਹਾਨੂੰ ਮਾਰ ਦੇਣਗੇ, ਅਤੇ ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ, ਅਤੇ ਉਸ ਸਮੇਂ ਬਥੇਰੇ ਠੋਕਰ ਖਾਣਗੇ ਅਤੇ ਇੱਕ ਦੂਏ ਨੂੰ ਫੜਵਾਉਣਗੇ ਅਤੇ ਇੱਕ ਦੂਏ ਨਾਲ ਵੈਰ ਰੱਖਣਗੇ, ਔਰ ਬਹੁਤ ਸਾਰੇ ਝੂਠੇ ਨਬੀ ਉੱਠਣਗੇ ਅਤੇ ਬਥੇਰਿਆਂ ਨੂੰ ਭੁਲਾਵੇਂ ਵਿੱਚ ਪਾ ਦੇਣਗੇ, ਅਤੇ ਕੁਧਰਮ ਦੇ ਵਧਣ ਕਰਕੇ ਬਹੁਤਿਆਂ ਦੀ ਪ੍ਰੀਤ ਠੰਡੀ ਹੋ ਜਾਵੇਗੀ। ਪਰ ਜਿਹੜਾ ਅੰਤ ਤੋੜੀ ਸਹੇਗਾ ਸੋਏ ਕੀ ਕੀਤਾ ਜਾਵੇਗਾ? ਬਚਾਇਆ ਜਾਵੇਗਾ, ਅਤੇ ਰਾਜ ਦੀ ਇਸ ਖੁਸ਼ਖਬਰੀ ਦਾ ਪ੍ਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ, ਜੋ ਸਭ ਕੌਮਾਂ ਉੱਤੇ ਸਾਖੀ ਹੋਵੇ। ਤਦ ਅੰਤ ਆਵੇਗਾ। ਪਰਮੇਸ਼ਵਰ ਨੇ ਸਾਨੂੰ ਖੁਸ਼ਖਬਰੀ ਨੂੰ ਹਰ ਜਗ੍ਹਾ ਤੇ ਪ੍ਰਚਾਰ ਕਰਨ ਦੀ ਇਜਾਜ਼ਤ ਦਿੱਤੀ। ਇਹ ਖੁਸ਼ਖਬਰੀ ਹਰ ਮਹਾਦੀਪ, ਦੇਸ਼, ਰਾਜ ਅਤੇ ਹੁਣ ਬਾਕੀ ਸ਼ਹਿਰਾਂ ਵਿੱਚ ਵੀ ਪ੍ਰਵੇਸ਼ ਕਰ ਚੁੱਕੀ ਹੈ। ਭਰਾਵੋ ਅਤੇ ਭੈਣੋ, ਆਓ ਅਸੀਂ ਨਾ ਥੱਕੀਏ ਪਰ ਅੰਤ ਤੱਕ ਸਖਤ ਮਿਹਨਤ ਕਰੀਏ। ਜੇਕਰ ਅਸੀਂ ਅੰਤ ਤੋੜੀ ਸਹਿਣ ਤੋਂ ਬਾਅਦ ਇਸ ਵਿੱਚ ਪ੍ਰਵੇਸ਼ ਕਰੀਏ, ਤਦ ਕੀ ਸਵਰਗ ਦਾ ਰਾਜ ਵੱਧ ਕੀਮਤੀ ਅਤੇ ਅਰਥਪੂਰਨ ਨਹੀਂ ਹੋਵੇਗਾ? ਕਿਰਪਾ ਕਰਕੇ ਸਿਰਫ ਸੌਖੇ ਰਾਹ ਤੇ ਚੱਲਣ ਬਾਰੇ ਨਾ ਸੋਚੋ। ਹੁਣ ਅਸੀਂ ਜਿਹੜੇ ਰਾਹਾਂ ਤੇ ਚੱਲ ਰਹੇ ਹਾਂ, ਉਹਨਾਂ ਤੇ ਕਦੀ-ਕਦੀ ਥੱਕਿਆ ਹੋਇਆ ਮਹਿਸੂਸ ਹੋ ਸਕਦਾ ਹੈ ਅਤੇ ਜੀਵਨ ਬੇਕਾਰ ਅਤੇ ਨਿਰਾਸ਼ਾਜਨਕ ਲੱਗ ਸਕਦਾ ਹੈ। ਕੁਝ ਲੋਕ ਇਸ ਤਰ੍ਹਾਂ ਦਾ ਜੀਵਨ ਜੀ ਰਹੇ ਹੋਣਗੇ। ਹਾਲਾਂਕਿ ਉਹਨਾਂ ਸਾਰੀਆਂ ਚੀਜ਼ਾਂ ਤੇ ਜਿੱਤ ਪਾਉਣ ਤੋਂ ਬਾਅਦ ਅਸੀਂ ਜਿਸ ਸਵਰਗ ਦੇ ਰਾਜ ਵੱਲ ਚੱਲ ਰਹੇ ਹਾਂ, ਉਹ ਹੋਰ ਜ਼ਿਆਦਾ ਕੀਮਤੀ ਹੋ ਜਾਂਦਾ ਹੈ, ਕਿਉਂਕਿ ਇਹ ਧਰਤੀ ਸ਼ਰਨ ਨਗਰ ਹੈ। ਇਸ ਲਈ ਅਸੀਂ ਬਿਨਾਂ ਕਸ਼ਟ ਦੇ ਨਹੀਂ ਜੀ ਸਕਦੇ। ਜੇਕਰ ਅਸੀਂ ਇਸ ਸ਼ਰਨ ਨਗਰ ਵਿੱਚ ਸਵਰਗ ਵਿੱਚ ਰਹਿਣ ਵਾਲੇ ਵਾਤਾਵਰਣ ਅਤੇ ਖੁਸ਼ੀ ਦੀ ਭਾਲ ਕਰਨ ਦੀ ਕੋਸ਼ਿਸ਼ ਕਰਾਂਗੇ, ਤਦ ਅਸੀਂ ਹਮੇਸ਼ਾ ਅਸਫਲ ਹੋਵਾਂਗੇ। ਜਦੋਂ ਇਸ ਤਰ੍ਹਾਂ ਲੱਗਦਾ ਹੈ ਕਿ ਸਾਡੇ ਕੋਲ ਕੰਮ ਕਰਨ ਲਈ ਸਹੀ ਹਾਲਾਤ ਹਨ, ਤਾਂ ਸਾਡੇ ਕੋਲ ਸਹੀ ਲੋਕ ਨਹੀਂ ਹੁੰਦੇ, ਅਤੇ ਜਦੋਂ ਸਾਡੇ ਕੋਲ ਸਹੀ ਲੋਕ ਹੁੰਦੇ ਹਨ ਤਾਂ ਸਾਡੇ ਕੋਲ ਸਹੀ ਹਾਲਾਤ ਨਹੀਂ ਹੁੰਦੇ। ਜਦੋਂ ਇੱਕ ਚੀਜ਼ ਸਹੀ ਲੱਗਦੀ ਹੈ ਤਾਂ ਦੂਸਰੀ ਸਹੀ ਨਹੀਂ ਲੱਗਦੀ, ਅਤੇ ਜਦੋਂ ਦੂਸਰੀ ਚੀਜ਼ ਸਹੀ ਲੱਗਦੀ ਹੈ ਤਦ ਕੋਈ ਹੋਰ ਚੀਜ਼ ਸਹੀ ਨਹੀਂ ਲੱਗਦੀ। ਅਸੀਂ ਇਸ ਤਰ੍ਹਾਂ ਦੇ ਹਾਲਾਤ ਵਿੱਚ ਜੀ ਰਹੇ ਹਾਂ। ਇਸ ਦੇ ਬਾਵਜੂਦ ਜੇਕਰ ਅਸੀਂ ਅੰਤ ਤੋੜੀ ਸਹਾਂਗੇ, ਤਦ ਪਰਮੇਸ਼ਵਰ ਸਾਨੂੰ ਸਾਰਿਆਂ ਨੂੰ ਸੋਨੇ ਦਾ ਤਮਗਾ ਪ੍ਰਦਾਨ ਕਰਨਗੇ। ਕਿ ਆਤਮਿਕ ਸੋਨੇ ਦਾ ਤਮਗਾ ਹਾਸਿਲ ਕਰਨਾ ਜ਼ਿਆਦਾ ਸ਼ਾਨਦਾਰ ਨਹੀਂ ਹੋਵੇਗਾ? ਸਵਰਗੀ ਮੁਕੁਟ ਜੋ ਅਸੀਂ ਪ੍ਰਾਪਤ ਕਰਾਂਗੇ ਉਹ ਜ਼ਿਆਦਾ ਕੀਮਤੀ ਹੈ। ਭਾਵੇਂ ਇਸ ਦੁਨੀਆ ਵਿੱਚ ਇੱਕ ਆਰਾਮਦਾਇਕ ਅਤੇ ਸੌਖੀ ਜ਼ਿੰਦਗੀ ਜਿਉਣ ਤੋਂ ਬਾਅਦ ਅਸੀਂ ਇਸ ਵਿੱਚ ਪ੍ਰਵੇਸ਼ ਕਰੀਏ, ਫਿਰ ਵੀ ਸਵਰਗ ਇੱਕ ਸ਼ਾਨਦਾਰ ਜਗ੍ਹਾ ਹੋਵੇਗੀ। ਰਸੂਲ ਪੌਲੁਸ ਬਾਰੇ ਸੋਚੋ, ਜਿਸ ਨੇ ਇਸ ਧਰਤੀ ਤੇ ਰਹਿੰਦੇ ਹੋਏ ਸਵਰਗ ਜਾਣ ਲਈ ਹਰੇਕ ਕੋਸ਼ਿਸ਼ ਕੀਤੀ। ਉਸਨੇ ਖੁਸ਼ਖਬਰੀ ਲਈ ਨੰਗੇ ਰਹਿਣ, ਠੰਡ, ਭੁੱਖ ਅਤੇ ਪਿਆਸ ਨੂੰ ਵੀ ਸਹਿਣ ਕੀਤਾ। ਕੌਣ ਸਵਰਗ ਨੂੰ ਜ਼ਿਆਦਾ ਕੀਮਤੀ ਮੰਨੇਗਾ? ਪੌਲੁਸ ਜਾਂ ਕੋਈ ਹੋਰ ਵਿਅਕਤੀ ਜਿਸ ਨੇ ਆਰਾਮ ਨਾਲ ਭਰਪੂਰ ਜੀਵਨ ਜਿਉਣ ਤੋਂ ਬਾਅਦ ਇਸ ਨੂੰ ਪ੍ਰਾਪਤ ਕੀਤਾ? ਇਸ ਲਈ ਪਰਮੇਸ਼ਵਰ ਸਾਡੇ ਰਾਹ ਉੱਤੇ ਅਸਥਾਈ ਪਰੇਸ਼ਾਨੀਆਂ, ਔਖੇ ਹਾਲਾਤਾਂ, ਮੁਸ਼ਕਲਾਂ ਅਤੇ ਦੁੱਖਾਂ ਨੂੰ ਰੱਖਦੇ ਹਨ। ਕਿ ਬਾਈਬਲ ਇਹ ਨਹੀਂ ਕਹਿੰਦੀ ਕਿ ਪਰਮੇਸ਼ਵਰ ਹਮੇਸ਼ਾ ਸਾਰੀਆਂ ਪ੍ਰੀਖਿਆਵਾਂ ਵਿੱਚ ਜਿੱਤ ਪਾਉਣ ਵਿੱਚ ਸਾਡੀ ਮਦਦ ਕਰਦੇ ਹਨ? ਆਓ ਅਸੀਂ ਇਬਰਾਨੀਆਂ ਅਧਿਆਇ 3 ਵਚਨ 12 ਤੇ ਜਾਈਏ। ਹੈ ਭਰਾਵੋ, ਵੇਖਣਾ ਭਾਈ, ਜਿਉਂਦੇ ਪਰਮੇਸ਼ਵਰ ਤੋਂ ਬੇਮੁਖ ਹੋਣ ਕਰਕੇ ਕਿਤੇ ਤੁਹਾਡੇ ਵਿੱਚੋਂ ਕਿਸੇ ਦਾ ਬੇਪ੍ਰਤੀਤਾ ਬੁਰਾ ਦਿਲ ਨਾ ਹੋਵੇ। ਸਗੋਂ ਜਿੰਨਾ ਚਿਰ ਅੱਜ ਦਾ ਦਿਨ ਆਖੀਦਾ ਹੈ, ਤੁਸੀਂ ਨਿਤ ਇੱਕ ਦੂਏ ਨੂੰ ਉਪਦੇਸ਼ ਕਰਿਆ ਕਰੋ, ਤਾਂ ਜੋ ਤੁਹਾਡੇ ਵਿੱਚੋਂ ਕੋਈ ਪਾਪ ਦੇ ਧੋਖੇ ਨਾਲ ਕਠੋਰ ਨਾ ਹੋ ਜਾਵੇ। ਕਿਉਂ ਜੋ ਅਸੀਂ ਮਸੀਹ ਵਿੱਚ ਸਾਂਝੀ ਹੋਏ ਹਾਂ, ਪਰ ਤਦ ਜੇ ਆਪਣੇ ਪਹਿਲੇ ਭਰੋਸੇ ਨੂੰ ਕਦ ਤੋੜੀ? ਅੰਤ ਤੋੜੀ। ਮਤਲਬ ਜਦੋਂ ਅਸੀਂ ਆਪਣੇ ਵਿਸ਼ਵਾਸ ਦਾ ਜੀਵਨ ਸ਼ੁਰੂ ਕੀਤਾ, ਉਸ ਸੰਪੂਰਨ ਭਰੋਸੇ ਨਾਲ ਵਿਸ਼ਵਾਸ ਉੱਤੇ ਅੰਤ ਤੱਕ ਤਕੜਾਈ ਨਾਲ ਫੜੀ ਰੱਖੀਏ। ਪਰਮੇਸ਼ਵਰ ਨੇ ਸਾਨੂੰ ਜਾਣਨ ਦਿੱਤਾ ਹੈ ਕਿ ਅਸੀਂ ਪੱਕਾ ਹੀ ਉਹਨਾਂ ਦੀ ਵਡਿਆਈ ਵਿੱਚ ਭਾਗ ਲਵਾਂਗੇ। ਪਰਮੇਸ਼ਵਰ ਨੇ ਕਿਹਾ ਕਿ ਜੇਕਰ ਅਸੀਂ ਅੰਤ ਤੋੜੀ ਸਹਾਂਗੇ, ਤਦ ਸਾਡਾ ਵਿਸ਼ਵਾਸ ਦਾ ਜੀਵਨ ਅਰਥਪੂਰਨ ਹੋ ਜਾਵੇਗਾ। ਜੇਕਰ ਅਸੀਂ ਅੱਧੇ ਰਾਹ ਵਿੱਚ ਹਾਰ ਮੰਨ ਲਈਏ, ਭਾਵੇਂ ਅਸੀਂ ਦੌੜ ਵਿੱਚ ਪਹਿਲੇ ਸਥਾਨ ਤੇ ਦੌੜਦੇ ਹੋਈਏ, ਤਦ ਅਸੀਂ ਕਦੀ ਵੀ ਪਹਿਲਾ ਸਥਾਨ ਪ੍ਰਾਪਤ ਨਹੀਂ ਕਰ ਸਕਦੇ।
ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਇਨਾਮ ਪਾਉਣ ਦੇ ਯੋਗ ਨਹੀਂ ਹਾਂ। ਇਸ ਕਰਕੇ ਪਰਮੇਸ਼ਵਰ ਨੇ ਕਿਹਾ, ਜੇਕਰ ਤੁਸੀਂ ਆਪਣੇ ਪਹਿਲੇ ਭਰੋਸੇ ਉੱਤੇ ਅੰਤ ਤੱਕ ਦ੍ਰਿੜਤਾ ਨਾਲ ਸਥਿਰ ਰਹੋ ਤਦ ਤੁਸੀਂ ਮਸੀਹ ਦੇ ਭਾਗੀਦਾਰ ਹੋਵੋਗੇ। ਆਓ ਅਸੀਂ ਪਹਿਲਾ ਕੁਰਿੰਥੀਓ ਅਧਿਆਇ 10 ਤੇ ਜਾਈਏ ਅਤੇ ਸਾਡੇ ਦਿਲਾਂ ਤੇ ਇਹਨਾਂ ਵਚਨਾਂ ਨੂੰ ਲਿਖੀਏ, ਜੋ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ। ਸਾਨੂੰ ਇਸ ਅਧਿਆਇ ਨੂੰ ਪੜ੍ਹਨ ਦੀ ਜ਼ਰੂਰਤ ਇਸ ਲਈ ਹੈ ਕਿਉਂਕਿ ਸਾਡੇ ਵਿਸ਼ਵਾਸ ਦਾ ਜੀਵਨ ਇਜ਼ਰਾਈਲੀਆਂ ਦੇ 40 ਸਾਲਾਂ ਦੇ ਜੰਗਲ ਦੇ ਜੀਵਨ ਵਾਂਗ ਹੈ। ਉਹਨਾਂ ਦੀ 40 ਸਾਲਾਂ ਦੀ ਕਨਾਨ ਯਾਤਰਾ ਅਤੇ ਸਵਰਗ ਦੀ ਸਾਡੀ ਯਾਤਰਾ ਦੇ ਵਿਚਕਾਰ ਸੰਬੰਧ ਇੱਕ ਪਰਛਾਵਾਂ ਅਤੇ ਅਸਲੀਅਤ ਹੈ। ਬਹੁਤ ਸਾਰੇ ਇਜ਼ਰਾਈਲੀ ਅੰਤ ਤੱਕ ਕਨਾਨ ਤੱਕ ਨਹੀਂ ਪਹੁੰਚ ਸਕੇ ਕਿਉਂਕਿ ਉਹ ਨਿਰਾਸ਼ ਹੋਏ। ਇਸ ਲਈ ਉਹਨਾਂ ਨੇ ਅੱਧੇ ਰਾਹ ਵਿੱਚ ਹਾਰ ਮੰਨ ਲਈ। ਇਸ ਲਈ ਸਾਨੂੰ ਆਪਣੇ ਸਵਰਗ ਜਾਣ ਦੇ ਰਾਹ ਤੇ ਉਹਨਾਂ ਦੇ ਉਦਾਹਰਨ ਦਾ ਪਾਲਣ ਨਹੀਂ ਕਰਨਾ ਚਾਹੀਦਾ। ਭਾਵੇਂ ਉਹਨਾਂ ਨੇ ਅੱਧੇ ਰਾਹ ਵਿੱਚ ਹਾਰ ਮੰਨ ਲਈ, ਪਰ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਕਹਿਣਾ ਚਾਹੀਦਾ ਹੈ, ਅਸੀਂ ਅੰਤ ਤੱਕ ਜਿੱਥੇ ਕਿਤੇ ਉਹ ਸਾਡੀ ਅਗਵਾਈ ਕਰਨ ਉੱਥੇ ਪਰਮੇਸ਼ਵਰ ਦਾ ਪਾਲਣ ਕਰਾਂਗੇ। ਅਸੀਂ ਆਪਣੀ ਆਸ ਨੂੰ ਨਾ ਗਵਾਉਂਦੇ ਹੋਏ ਪਰਮੇਸ਼ਵਰ ਦਾ ਪਾਲਣ ਕਰਾਂਗੇ। ਭਾਵੇਂ ਸਾਡਾ ਜੀਵਨ ਦਰਦ ਨਾਲ ਭਰਿਆ ਅਤੇ ਥੱਕਿਆ ਹੋਇਆ ਹੈ ਅਤੇ ਸਾਨੂੰ ਅਜਿਹਾ ਜੀਵਨ ਇੱਕ ਦਿਨ ਵਿੱਚ ਦਰਜਨਾਂ ਵਾਰ ਹਾਰ ਮੰਨਣ ਵਾਂਗ ਲੱਗਦਾ ਹੈ, ਪਰ ਅਸੀਂ ਕਦੀ ਵੀ ਆਪਣੇ ਵਿਸ਼ਵਾਸ ਨੂੰ ਨਹੀਂ ਛੱਡ ਸਕਦੇ ਜੋ ਸਾਡਾ ਪਹਿਲਾ ਭਰੋਸਾ ਹੈ। ਇਸ ਫੈਸਲੇ ਨਾਲ ਸਾਨੂੰ ਅੱਗੇ ਵਧਣਾ ਚਾਹੀਦਾ ਹੈ। ਆਓ ਅਸੀਂ ਪਹਿਲਾ ਕੁਰਿੰਥੀਓ ਅਧਿਆਇ 10 ਵਚਨ 1 ਦੇਖੀਏ। ਹੇ ਭਰਾਵੋ, ਮੈਂ ਨਹੀਂ ਚਾਹੁੰਦਾ ਜੋ ਤੁਸੀਂ ਇਸ ਤੋਂ ਅਣਜਾਣ ਰਹੋ। ਭਾਈ ਸਾਡੇ ਪਿਓ ਦਾਦੇ ਬੱਦਲ ਦੇ ਹੇਠ ਸਨ ਅਤੇ ਉਹ ਸਭੇ ਸਮੁੰਦਰ ਦੇ ਵਿੱਚੋਂ ਦੀ ਲੰਘ ਗਏ ਅਤੇ ਸਭਨਾਂ ਨੂੰ ਉਸ ਬੱਦਲ ਅਤੇ ਉਸ ਸਮੁੰਦਰ ਵਿੱਚ ਮੂਸਾ ਦਾ ਬਪਤਿਸਮਾ ਮਿਲਿਆ। ਸਭਨਾਂ ਨੇ ਇੱਕੋ ਆਤਮਿਕ ਭੋਜਨ ਖਾਧਾ ਅਤੇ ਸਭਨਾਂ ਨੇ ਇੱਕੋ ਆਤਮਿਕ ਜਲ ਪੀਤਾ, ਕਿਉਂ ਜੋ ਉਹਨਾਂ ਨੇ ਉਸ ਆਤਮਿਕ ਪੱਥਰ ਤੋਂ ਜਲ ਪੀਤਾ ਜਿਹੜਾ ਉਹਨਾਂ ਦੇ ਮਗਰ ਚੱਲਦਾ ਸੀ। ਉਹ ਪੱਥਰ ਮਸੀਹ ਹੈ ਸੀ। ਪਰੰਤੂ ਪਰਮੇਸ਼ਵਰ ਉਹਨਾਂ ਵਿੱਚੋਂ ਬਾਲਿਆਂ ਨਾਲ ਪ੍ਰਸੰਨ ਨਹੀਂ ਸੀ, ਸੋ ਉਹਨਾਂ ਦੇ ਨਾਲ ਕੀ ਹੋਇਆ? ਉਹ ਉਜਾੜ ਵਿੱਚ ਢਹਿ ਪਏ। ਜਿੰਨੇ ਢੇਰੀ ਹੋ ਗਏ ਸੀ ਉਹ ਸਾਰੇ ਉਹੀ ਸੀ ਜਿਨ੍ਹਾਂ ਨੇ ਹਾਰ ਮੰਨੀ, ਕਿਉਂਕਿ ਉਹਨਾਂ ਕੋਲ ਕਾਫੀ ਤਰੀਕੇ ਦੇ ਬਹਾਨੇ ਸੀ। ਇਸ ਕਰਕੇ ਉਹ ਅੰਤ ਤੱਕ ਨਹੀਂ ਟਿਕ ਸਕੇ। ਉਹਨਾਂ ਨੇ ਹਰ ਚੰਗੇ ਹਾਲਾਤ ਨੂੰ ਜਿਸ ਦਾ ਉਹਨਾਂ ਨੇ ਸਾਹਮਣਾ ਕੀਤਾ ਮੁਸ਼ਕਲ ਮੰਨਿਆ ਅਤੇ ਇਸ ਕਰਕੇ ਉਹ ਬੁੜਬੁੜਾਏ ਅਤੇ ਸ਼ਿਕਾਇਤ ਕੀਤੀ ਅਤੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਉਕਸਾਇਆ। ਫਿਰ ਵਚਨ 5 ਦੱਸਦਾ ਹੈ ਕਿ ਅੰਤ ਵਿੱਚ ਉਹ ਜੰਗਲ ਵਿੱਚ ਢੇਰ ਹੋ ਗਏ ਸੀ। ਵਚਨ 6 ਅਤੇ ਇਹ ਗੱਲਾਂ ਸਾਡੇ ਲਈ ਨਸੀਹਤ ਬਣੀਆਂ, ਭਾਈ ਅਸੀਂ ਮਾੜੀਆਂ ਗੱਲਾਂ ਦੀਆਂ ਕਾਮਨਾ ਨਾ ਕਰੀਏ ਜਿਵੇਂ ਉਹਨਾਂ ਨੇ ਕਾਮਨਾ ਕੀਤੀਆਂ ਸਨ, ਅਤੇ ਨਾ ਤੁਸੀਂ ਮੂਰਤੀ ਪੂਜਕ ਹੋਵੋ ਜਿਵੇਂ ਉਹਨਾਂ ਵਿੱਚੋਂ ਕਈ ਕੁ ਹੋਏ ਸਨ। ਜਿਸ ਪ੍ਰਕਾਰ ਲਿਖਿਆ ਹੋਇਆ ਹੈ, ਜੋ ਉਹ ਲੋਕ ਖਾਣ ਪੀਣ ਬੈਠੇ ਅਤੇ ਹੱਸਣ ਖੇਡਣ ਨੂੰ ਉੱਠੇ, ਅਤੇ ਨਾ ਅਸੀਂ ਹਰਾਮਕਾਰੀ ਕਰੀਏ ਜਿਵੇਂ ਉਹਨਾਂ ਵਿੱਚੋਂ ਕਈਆਂ ਨੇ ਕੀਤੀ ਅਤੇ ਇੱਕੋ ਦਿਨ ਵਿੱਚ 23,000 ਜਣਿਆਂ ਦੇ ਸੱਥਰ ਲੱਥੇ, ਅਤੇ ਨਾ ਅਸੀਂ ਪ੍ਰਭੂ ਨੂੰ ਪਰਤਾਈਏ ਜਿਵੇਂ ਉਹਨਾਂ ਵਿੱਚੋਂ ਕਈਆਂ ਨੇ ਪਰਤਾਇਆ ਸੀ ਅਤੇ ਸੱਪਾਂ ਤੋਂ ਨਾਸ ਹੋਏ, ਅਤੇ ਨਾ ਤੁਸੀਂ ਬੁੜਬੁੜ ਕਰੋ ਜਿਵੇਂ ਉਹਨਾਂ ਵਿੱਚੋਂ ਕਈਆਂ ਨੇ ਬੁੜਬੁੜ ਕੀਤੀ ਅਤੇ ਨਾਸ ਕਰਨ ਵਾਲੇ ਤੋਂ ਨਾਸ ਹੋਏ। ਸੋ ਇਹ ਗੱਲਾਂ ਉਹਨਾਂ ਉੱਤੇ ਨਸੀਹਤ ਦੇ ਲਈ ਹੋਈਆਂ ਅਤੇ ਸਾਨੂੰ ਮੱਤ ਦੇਣ ਲਈ ਲਿਖੀਆਂ ਹੋਈਆਂ ਹਨ, ਜਿਨ੍ਹਾਂ ਉੱਤੇ ਯੁੱਗਾਂ ਦੇ ਅੰਤ ਆਣ ਪਹੁੰਚੇ ਹਨ। ਗੱਲ ਕਾਦੀ, ਜੋ ਕੋਈ ਆਪਣੇ ਆਪ ਨੂੰ ਖਲੋਤਾ ਹੋਇਆ ਸਮਝਦਾ ਹੈ ਸੋ ਸੁਚੇਤ ਰਹੇ, ਭਾਈ ਕਿਤੇ ਡਿੱਗ ਨਾ ਪਵੇ। ਤੁਹਾਡੇ ਉੱਤੇ ਇਹੋ ਜਿਹਾ ਕੋਈ ਪਰਤਾਵਾ ਨਹੀਂ ਪਿਆ ਜੋ ਮਨੁੱਖ ਤੋਂ ਨਹੀਂ ਝੱਲਿਆ ਜਾਂਦਾ, ਪਰੰਤੂ ਪਰਮੇਸ਼ਵਰ ਵਫਾਦਾਰ ਹੈ ਜੋ ਕਿ ਤੁਹਾਡੀ ਸ਼ਕਤੀਓਂ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ। ਸਗੋਂ ਪਰਤਾਵੇ ਦੇ ਨਾਲ ਉਹ ਕੀ ਕਰਨਗੇ? ਉਪਾਅ ਵੀ ਕੱਢ ਦੇਵੇਗਾ। ਉਪਾਅ ਵੀ ਕੱਢ ਦੇਵੇਗਾ ਭਾਈ ਤੁਸੀਂ ਚੱਲ ਸਕੋ। ਜੇਕਰ ਅਸੀਂ ਅੰਤ ਤੱਕ ਆਪਣੇ ਵਿਸ਼ਵਾਸ ਨੂੰ ਬਣਾਏ ਰੱਖਣ ਲਈ ਦ੍ਰਿੜ ਹਾਂ, ਫਿਰ ਪਰਮੇਸ਼ਵਰ ਰਾਹ ਖੋਲਣਗੇ। ਅਸੀਂ ਜਿਸ ਦਾ ਸਾਹਮਣਾ ਕਰਦੇ ਹਾਂ ਉਹ ਕੋਈ ਉੱਚਾ ਪਹਾੜ ਨਹੀਂ ਹੈ ਜਿਸ ਤੇ ਅਸੀਂ ਚੜ੍ਹ ਨਹੀਂ ਸਕਦੇ, ਜਾਂ ਇੱਕ ਦਲਦਲ ਨਹੀਂ ਹੈ ਜਿਸ ਨੂੰ ਅਸੀਂ ਪਾਰ ਨਹੀਂ ਕਰ ਸਕਦੇ। ਪਰਮੇਸ਼ਵਰ ਥੋੜੇ ਚਿਰ ਲਈ ਸਾਨੂੰ ਮੁਸ਼ਕਿਲ ਹਾਲਾਤਾਂ ਜਾਂ ਵਾਤਾਵਰਣ ਵਿੱਚ ਰੱਖਦੇ ਹਨ, ਪਰ ਜਦ ਵੀ ਇਸ ਤਰ੍ਹਾਂ ਹੁੰਦਾ ਹੈ, ਪਰਮੇਸ਼ਵਰ ਸਾਡੇ ਲਈ ਉਹਨਾਂ ਤੇ ਜਿੱਤ ਪਾਉਣ ਅਤੇ ਉਹਨਾਂ ਨੂੰ ਪਾਰ ਕਰਨ ਦਾ
ਰਾਹ ਖੋਲ੍ਹਦੇ ਹਨ। ਜੇਕਰ ਸਾਡੇ ਕੋਲ ਵਿਸ਼ਵਾਸ ਨੂੰ ਗਵਾਏ ਬਿਨਾਂ ਅੰਤ ਤੱਕ ਅੱਗੇ ਵਧਣ ਦਾ ਦ੍ਰਿੜ ਫੈਸਲਾ ਹੈ, ਪਰਮੇਸ਼ਵਰ ਹਮੇਸ਼ਾ ਸਾਡੀ ਅਗਵਾਈ ਕਰਨਗੇ। ਇਸ ਲਈ ਮੈਂ ਸਿਯੋਨ ਦੀਆਂ ਸਾਰੀਆਂ ਸੰਤਾਨਾਂ ਨੂੰ ਕਹਿੰਦਾ ਹਾਂ ਕਿ ਉਸ ਰਾਹ ਦਾ ਪਾਲਨ ਕਰੋ ਜੋ ਪਰਮੇਸ਼ਵਰ ਤੁਹਾਡੇ ਲਈ ਖੋਲ੍ਹਦੇ ਹਨ, ਤਾਂ ਜੋ ਤੁਸੀਂ ਸੁਰੱਖਿਅਤ ਰੂਪ ਨਾਲ ਸਵਰਗ ਪਹੁੰਚ ਸਕੋ। ਇੱਥੇ ਪ੍ਰੀਖਿਆ ਸ਼ਬਦ ਦਾ ਜ਼ਿਕਰ ਕੀਤਾ ਗਿਆ ਹੈ। ਪ੍ਰੀਖਿਆ ਉੱਤੇ ਜਿੱਤ ਪਾਉਣ ਲਈ ਕਿਸ ਦੀ ਜ਼ਰੂਰਤ ਹੈ? ਸਾਨੂੰ ਵਿਸ਼ਵਾਸ ਦੀ ਜ਼ਰੂਰਤ ਹੈ। ਪ੍ਰੀਖਿਆਵਾਂ ਤੇ ਜਿੱਤ ਪਾਉਣ ਲਈ ਵਿਸ਼ਵਾਸ ਨਾਲੋਂ ਬਿਹਤਰ ਹੋਰ ਕੁਝ ਵੀ ਨਹੀਂ। ਪਰਮੇਸ਼ਵਰ ਇਜ਼ਰਾਈਲੀਆਂ ਤੋਂ ਖੁਸ਼ ਨਾ ਹੋਏ, ਇਸ ਲਈ ਉਹ ਨਸ਼ਟ ਹੋ ਗਏ ਅਤੇ ਜੰਗਲ ਵਿੱਚ ਢੇਰ ਹੋ ਗਏ। ਇਸ ਯੁੱਗ ਵਿੱਚ ਆਓ ਅਸੀਂ 3500 ਸਾਲ ਪਹਿਲਾਂ ਦੇ ਇਜ਼ਰਾਈਲੀਆਂ ਵਾਂਗ ਜੀਵਨ ਨਾ ਗੁਜ਼ਾਰੀਏ, ਸਗੋਂ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਜੀ ਵਿੱਚ ਕਿਰਪਾ ਨਾਲ ਭਰਪੂਰ ਵਿਸ਼ਵਾਸ ਨਾਲ ਖੁਸ਼ੀ ਅਤੇ ਆਨੰਦ ਨਾਲ ਜੀਵਨ ਗੁਜ਼ਾਰੀਏ। ਮੈਂ ਤੁਹਾਨੂੰ ਇਹ ਆਸ ਰੱਖਣ ਲਈ ਕਹਿੰਦਾ ਹਾਂ ਕਿ ਅਸੀਂ ਬਹੁਤ ਜਲਦ ਆਪਣੇ ਆਤਮਿਕ ਘਰ ਸਵਰਗ ਜਾਵਾਂਗੇ ਅਤੇ ਉਸ ਵਿਸ਼ਵਾਸ ਨਾਲ ਅੱਗੇ ਵਧਾਂਗੇ। ਫਿਰ ਵਿਸ਼ਵਾਸ ਦੇ ਪੁਰਖਿਆਂ ਨੇ ਕਿਸ ਤਰ੍ਹਾਂ ਦੇ ਵਿਸ਼ਵਾਸ ਨਾਲ ਸਾਰੀਆਂ ਪ੍ਰੀਖਿਆਵਾਂ ਤੇ ਜਿੱਤ ਪਾਈ ਅਤੇ ਕਨਾਨ ਵਿੱਚ ਵੱਡੇ ਆਦਰ ਨਾਲ ਪ੍ਰਵੇਸ਼ ਕੀਤਾ। ਆਓ ਅਸੀਂ ਇਬਰਾਨੀਆਂ ਅਧਿਆਇ 11 ਵਚਨ 6 ਦੇਖੀਏ। ਅਤੇ ਨੇਚਾ ਬਾਝੋਂ ਉਹਦੇ ਮਨ ਨੂੰ ਪਾਉਣਾ ਅਣਹੋਣਾ ਹੈ, ਕਿਉਂਕਿ ਜਿਹੜਾ ਪਰਮੇਸ਼ਵਰ ਦੀ ਵੱਲ ਆਉਂਦਾ ਹੈ ਉਹਨੂੰ ਪ੍ਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ, ਨਾਲੇ ਇਹ ਭਈ ਉਹ ਆਪਣੀਆਂ ਤਾਲੀਬਾਂ ਦਾ ਫਲ ਦਾਤਾ ਹੈ। ਨੇਚਾ ਨਾਲ ਨੂੰਹ ਨੇ ਪਰਮੇਸ਼ਵਰ ਕੋਲੋਂ ਉਹਨਾਂ ਵਸਤਾਂ ਦੀ ਖਬਰ ਪਾ ਕੇ ਜਿਹੜੀਆਂ ਅਜੇ ਅਣਡਿੱਠ ਸਨ, ਸਹਿਮ ਕੇ ਆਪਣੇ ਘਰ ਦੇ ਬਚਾਓ ਲਈ ਕਿਸ਼ਤੀ ਬਣਾਈ। ਅਤੇ ਉਸ ਨੇਚਾ ਦੇ ਕਾਰਨ ਉਸਨੇ ਸੰਸਾਰ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਧਰਮ ਦਾ ਅਧਿਕਾਰੀ ਹੋਇਆ ਜਿਹੜਾ ਨੇਚਾ ਤੋਂ ਹੀ ਹੁੰਦਾ ਹੈ। ਸਾਰੇ ਲੋਕੋ ਇਸ ਬਾਰੇ ਧਿਆਨ ਨਾਲ ਸੋਚੋ। ਜਹਾਜ਼ ਦੇ ਨਿਰਮਾਣ ਦੇ ਕੰਮ ਬਾਰੇ ਵਿਦਵਾਨਾਂ ਦੀ ਸਲਾਹ ਕੁਝ ਅਲੱਗ ਹੈ, ਪਰ ਉਹ ਕਹਿੰਦੇ ਹਨ ਕਿ ਨੂਹ ਨੂੰ ਜਹਾਜ਼ ਬਣਾਉਣ ਲਈ 40 ਤੋਂ 120 ਸਾਲ ਦਾ ਸਮਾਂ ਲੱਗਿਆ ਹੋਵੇਗਾ। ਇਸ ਬਾਰੇ ਸੋਚੀਏ ਕਿ ਨੂਹ ਨੇ ਇੰਨੇ ਲੰਬੇ ਸਮੇਂ ਤੱਕ ਸਿਰਫ ਜਹਾਜ਼ ਦੇ ਨਿਰਮਾਣ ਤੇ ਧਿਆਨ ਕਿਵੇਂ ਦਿੱਤਾ। ਇਹ ਕੁਝ ਅਜਿਹਾ ਨਹੀਂ ਹੈ ਜੋ ਇੱਕ ਮਨੁੱਖ ਕਰ ਸਕਦਾ ਹੈ। ਉਸ ਯੁੱਗ ਵਿੱਚ ਪਰਮੇਸ਼ਵਰ ਨੇ ਕਿਹਾ, ਇਸ ਧਰਤੀ ਤੇ ਮੀਂਹ ਪਵੇਗਾ ਅਤੇ ਹੜ੍ਹ ਆਵੇਗਾ। ਇਹ ਅਵਿਸ਼ਵਾਸਯੋਗ ਹਾਲਾਤ ਸੀ। ਮੰਨ ਲਓ ਕਿ ਨੂਹ ਨੇ 1 ਜਾਂ 2 ਸਾਲਾਂ ਲਈ ਵਿਸ਼ਵਾਸ ਨਾਲ ਧੀਰਜ ਰੱਖਿਆ, ਉਸਨੇ 10 ਸਾਲਾਂ ਤੱਕ ਧੀਰਜ ਰੱਖਿਆ, ਉਸਨੇ 20 ਸਾਲਾਂ ਤੱਕ ਧੀਰਜ ਰੱਖਿਆ ਅਤੇ ਉਸਨੇ 30 ਸਾਲਾਂ ਤੱਕ ਧੀਰਜ ਰੱਖਿਆ। ਉਹ ਕੰਮ ਕਰਦਾ ਰਿਹਾ, ਪਰ ਇਹ ਅੰਤਹੀਨ ਲੱਗ ਰਿਹਾ ਸੀ ਅਤੇ ਪਾਣੀ ਦੀ ਇੱਕ ਬੂੰਦ ਵੀ ਆਸਮਾਨ ਤੋਂ ਨਹੀਂ ਡਿੱਗ ਰਹੀ ਸੀ। ਹਾਲਾਂਕਿ ਪਰਮੇਸ਼ਵਰ ਨੇ ਉਸ ਨੂੰ ਕਿਹਾ ਸੀ, ਜਹਾਜ਼ ਬਣਾਓ। ਕੀ ਇਹ ਕੁਝ ਇਸ ਤਰ੍ਹਾਂ ਹੈ ਜੋ ਵਿਸ਼ਵਾਸ ਦੇ ਬਿਨਾਂ ਕੀਤਾ ਜਾ ਸਕਦਾ ਹੈ? ਜਦੋਂ ਉਸਨੇ ਇਸ ਨੂੰ ਪੂਰਾ ਕੀਤਾ ਤਦ ਕਿ ਪਰਮੇਸ਼ਵਰ ਨੇ ਆਖਰਕਾਰ ਪਾਣੀ ਨਾਲ ਸੰਸਾਰ ਦਾ ਨਿਆਂ ਨਹੀਂ ਕੀਤਾ? ਕਿ ਪਰਮੇਸ਼ਵਰ ਨੇ ਨੂਹ ਅਤੇ ਉਸਦੇ ਪਰਿਵਾਰ ਨੂੰ ਨਹੀਂ ਬਚਾਇਆ? ਅਤੇ ਕੀ ਉਹਨਾਂ ਦੁਆਰਾ ਪਰਮੇਸ਼ਵਰ ਨੇ ਨਿਰਜੀਵ ਦੁਨੀਆ ਨੂੰ, ਸਾਰੀ ਮਨੁੱਖ ਜਾਤੀ ਲਈ ਇੱਕ ਬਿਹਤਰ ਦੁਨੀਆ ਨਹੀਂ ਬਣਾਇਆ? ਇਬਰਾਨੀਓ 11 ਵਿੱਚ ਵਰਣਿਤ ਵਿਸ਼ਵਾਸ ਦੇ ਸਾਰੇ ਪੁਰਖਿਆਂ ਨੇ ਵਿਸ਼ਵਾਸ ਨਾਲ ਅੰਤ ਤੱਕ ਧੀਰਜ ਰੱਖਿਆ। ਜੇਕਰ ਉਹਨਾਂ ਨੇ ਲਗਭਗ 10 ਸਾਲ ਜਾਂ 20 ਸਾਲ ਜਾਂ 30 ਸਾਲ ਬਾਅਦ ਹਾਰ ਮੰਨੀ ਹੁੰਦੀ, ਤਦ ਉਹ ਪਰਮੇਸ਼ਵਰ ਦੀ ਮੁਕਤੀ ਦੇ ਸ਼ਾਨਦਾਰ ਕੰਮ ਦਾ ਗਵਾਹ ਨਾ ਹੁੰਦਾ। ਆਓ ਅਸੀਂ ਵਚਨ 8 ਦੇ ਨਾਲ ਜਾਰੀ ਰਹੀਏ। ਨੇਚਾ ਨਾਲ ਅਬਰਾਮ ਜਦ ਸੱਦਿਆ ਗਿਆ ਤਾਂ ਉਸ ਥਾਂ ਜਾਣ ਦੀ ਆਗਿਆ ਮੰਨ ਲਈ ਜਿਹਨੂੰ ਉਹਨੇ ਅਧਿਕਾਰ ਵਿੱਚ ਲੈਣਾ ਸੀ, ਅਤੇ ਭਾਵੇਂ ਉਹ ਨਹੀਂ ਸੀ ਜਾਣਦਾ ਭਈ ਮੈਂ ਕਿੱਧਰ ਨੂੰ ਲਗਾ ਜਾਂਦਾ ਹਾਂ, ਤਾਂ ਵੀ ਨਿਕਲ ਤੁਰਿਆ। ਨੇਚਾ ਨਾਲ ਉਹ ਵਾਅਦੇ ਵਾਲੀ ਧਰਤੀ ਵਿੱਚ ਜਾ ਵਸਿਆ, ਜਿਵੇਂ ਪਰਾਈ ਧਰਤੀ ਵਿੱਚ ਉਹਨੇ ਇਸਹਾਕ ਅਤੇ ਯਾਕੂਬ ਦੇ ਨਾਲ, ਜਿਹੜੇ ਉਹਦੇ ਸੰਗ ਉਸੇ ਵਾਅਦੇ ਦੇ ਅਧਿਕਾਰੀ ਸਨ, ਤੰਬੂਆਂ ਵਿੱਚ ਵਾਸ ਕੀਤਾ, ਕਿਉਂ ਜੋ ਉਸ ਨਗਰ ਦੀ ਉਡੀਕ ਕਰਦਾ ਸੀ ਜਿਹਦੀਆਂ ਨੀਹਾਂ ਹਨ ਅਤੇ ਜਿਹਦਾ ਕਾਰੀਗਰ ਅਤੇ ਬਣਾਉਣ ਵਾਲਾ ਪਰਮੇਸ਼ਵਰ ਹੈ। ਨੇਚਾ ਨਾਲ ਸਾਰਾ ਨੇ ਆਪ ਵੀ ਜਦੋਂ ਬੁੱਢੀ ਹੋ ਗਈ ਗਰਭਵਤੀ ਹੋਣ ਦੀ ਸ਼ਕਤੀ ਪਾਈ, ਇਸ ਲਈ ਜੋ ਉਹਨੇ ਵਾਅਦਾ ਕਰਨ ਵਾਲੇ ਨੂੰ ਵਫਾਦਾਰ ਜਾਣਿਆ। ਉਪਰੰਤ ਇੱਕ ਤੋਂ ਜੋ ਮੁਰਦਾ ਜਿਹਾ ਸੀ, ਐਨੇ ਕੁ ਉਤਪਤ ਹੋਏ ਜਿੰਨੇ ਕੁ ਬਹੁਤਾਇਤ ਕਰਕੇ ਆਕਾਸ਼ ਦੇ ਤਾਰੇ ਹਨ, ਅਤੇ ਜਿੰਨੇ ਕੁ ਸਮੁੰਦਰ ਦੇ ਕੰਢੇ ਉਤਲੀ ਰੇਤ ਦੇ ਦਾਣੇ ਜੋ ਅਣਗਿਣਤ ਹਨ। ਇਹ ਸਭੇ ਨੇਚਾ ਵਿੱਚ ਮਰ ਗਏ ਅਤੇ ਉਹਨਾਂ ਨੂੰ ਦਿੱਤੇ ਹੋਏ ਬਚਨ ਪ੍ਰਾਪਤ ਨਾ ਹੋਏ, ਪਰ ਉਹ ਦੂਰੋਂ ਉਹਨਾਂ ਨੂੰ ਵੇਖ ਕੇ
ਜੀ ਆਇਆਂ ਨੂੰ ਆਖਿਆ ਅਤੇ ਮੰਨ ਲਿਆ ਭਈ ਅਸੀਂ ਧਰਤੀ ਉੱਤੇ ਓਪਰੇ ਅਤੇ ਪਰਦੇਸੀ ਹਾਂ, ਕਿਉਂਕਿ ਜਿਹੜੇ ਅਜਿਹੀਆਂ ਗੱਲਾਂ ਆਖਦੇ ਹਨ ਉਹ ਪ੍ਰਗਟ ਕਰਦੇ ਹਨ ਭਈ ਅਸੀਂ ਆਪਣੇ ਵਤਨ ਨੂੰ ਪਾਲਦੇ ਹਾਂ, ਕਿ ਇਹ ਸਾਡਾ ਅਨੰਤ ਦੇਸ਼ ਸਵਰਗ ਦਾ ਰਾਜ ਨਹੀਂ ਹੈ। ਅਤੇ ਜੇ ਉਸ ਦੇਸ਼ ਨੂੰ ਜਿਸ ਤੋਂ ਨਿਕਲ ਆਏ ਸਨ ਚੇਤੇ ਰੱਖਦੇ ਹਾਂ, ਉਹਨਾਂ ਨੂੰ ਮੁੜ ਜਾਣ ਦਾ ਵੇਲਾ ਹੁੰਦਾ, ਪਰ ਹੁਣ ਉਹ ਉਸ ਤੋਂ ਉੱਤਮ ਅਰਥਾਤ ਸੁਰਗੀ ਦੇਸ਼ ਨੂੰ ਲੋਚਦੇ ਹਨ। ਅਨੰਤ ਸਵਰਗ ਦੇ ਰਾਜ ਦੇ ਰਾਹ ਵਿੱਚ ਆਤਮਿਕ ਇਜ਼ਰਾਈਲੀਆਂ ਨੂੰ ਜੰਗਲ ਵਿੱਚ ਅਨੇਕ ਪ੍ਰੀਖਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਲੋਕ ਪ੍ਰੀਖਿਆ ਦਾ ਸਾਹਮਣਾ ਕਰਨ ਤੇ ਹਰੇਕ ਵਾਰ ਡਿੱਗ ਜਾਂਦੇ ਹਨ, ਜਦਕਿ ਹੋਰ ਉਸ ਪ੍ਰੀਖਿਆ ਤੇ ਜਿੱਤ ਪਾਉਂਦੇ ਹਨ। ਜਦੋਂ ਦੂਸਰੇ ਪ੍ਰਕਾਰ ਦੀ ਪ੍ਰੀਖਿਆ ਦਿੱਤੀ ਜਾਂਦੀ ਹੈ ਤਦ ਕੁਝ ਜਿੱਤ ਪਾਉਂਦੇ ਹਨ ਅਤੇ ਕੁਝ ਡਿੱਗ ਜਾਂਦੇ ਹਨ, ਅਤੇ ਜਦੋਂ ਇੱਕ ਅਲੱਗ ਪ੍ਰੀਖਿਆ ਆਉਂਦੀ ਹੈ ਤਦ ਕੁਝ ਜਿੱਤ ਪਾਉਂਦੇ ਹਨ ਅਤੇ ਕੁਝ ਨਹੀਂ ਪਾਉਂਦੇ। ਜਦੋਂ ਇਜ਼ਰਾਈਲੀ ਮਿਸਰ ਤੋਂ ਨਿਕਲੇ ਤਦ ਲਗਭਗ 6 ਲੱਖ ਪੁਰਸ਼ ਸੀ, ਪਰ ਜਦੋਂ ਉਹ ਕਨਾਨ ਪਹੁੰਚੇ ਉਸ ਵੇਲੇ ਭਾਵੇਂ 40 ਸਾਲ ਬੀਤ ਚੁੱਕੇ ਸੀ, ਪਰ ਉਹਨਾਂ ਦੀ ਗਿਣਤੀ ਫਿਰ ਵੀ ਓਨੀ ਸੀ। ਭਾਵੇਂ 40 ਸਾਲਾਂ ਵਿੱਚ ਦੂਸਰੀ ਪੀੜ੍ਹੀ ਵਿੱਚ ਬਹੁਤ ਸਾਰੇ ਲੋਕ ਪੈਦਾ ਹੋਏ ਹੋਣਗੇ, ਪਰ ਉਹਨਾਂ ਦੇ ਨਿਕਲਣ ਦੇ ਸਮੇਂ ਤੋਂ ਲੈ ਕੇ ਪਹੁੰਚਣ ਦੇ ਸਮੇਂ ਤੱਕ ਇਜ਼ਰਾਈਲੀਆਂ ਦੀ ਗਿਣਤੀ ਇੱਕੋ ਜਿਹੀ ਰਹੀ। ਇਹ ਬਹੁਤ ਤਰਸਯੋਗ ਸੀ ਕਿ ਦੂਸਰੀ ਪੀੜ੍ਹੀ ਨੇ ਕਨਾਨ ਦੇਸ਼ ਵਿੱਚ ਪ੍ਰਵੇਸ਼ ਕੀਤਾ, ਪਰ ਜੋ ਲੋਕ ਮਿਸਰ ਤੋਂ ਬਾਹਰ ਆਏ ਉਹ ਜੰਗਲ ਵਿੱਚ ਮਰ ਗਏ। ਸਾਰੇ ਲੋਕੋ, ਹੁਣ ਅਸੀਂ ਵਿਸ਼ਵਾਸ ਦੇ ਜੰਗਲ ਵਿੱਚ ਚੱਲ ਰਹੇ ਹਾਂ। ਸਾਡਾ ਮਕਸਦ ਅੰਤ ਤੱਕ ਜਾਣਾ ਹੈ। 70% ਜਾਂ 80% ਜਾਣਾ ਬੇਕਾਰ ਹੈ। 70% ਜਾਂ 80% ਤੱਕ ਪਹੁੰਚਣ ਵਿਚਕਾਰ ਕੋਈ ਫਰਕ ਨਹੀਂ ਹੈ। 90% ਅਤੇ 99% ਤੱਕ ਪਹੁੰਚਣਾ ਇੱਕੋ ਜਿਹਾ ਹੈ। ਸਾਨੂੰ ਪੂਰੀ ਤਰ੍ਹਾਂ ਸਵਰਗ ਪਹੁੰਚਣਾ ਚਾਹੀਦਾ ਹੈ। ਅਸੀਂ ਇਹ ਨਹੀਂ ਕਹਿ ਸਕਦੇ ਹਾਂ ਕਿ ਜੋ 99% ਗਿਆ ਉਹ ਕਿਸੇ ਇਸ ਤਰ੍ਹਾਂ ਦੇ ਵਿਅਕਤੀ ਤੋਂ ਜ਼ਿਆਦਾ ਵਧੀਆ ਹੈ ਜੋ 30% ਗਿਆ ਹੈ। ਉਹ ਸਾਰੇ ਇੱਕੋ ਜਿਹੇ ਹਨ। ਭਾਵੇਂ ਉਹ 70% ਗਏ ਹੋਣ ਜਾਂ 99%, ਉਹ ਸਾਰੇ ਮੰਜ਼ਲ ਤੱਕ ਨਹੀਂ ਪਹੁੰਚੇ ਹਨ। ਸਾਡੀ ਅੰਤਿਮ ਮੰਜ਼ਲ ਅਨੰਤ ਸਵਰਗ ਦਾ ਰਾਜ ਹੈ। ਭਾਵੇਂ ਸਾਨੂੰ ਸਵਰਗ ਜਾਣ ਦੇ ਰਾਹ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਸਾਨੂੰ ਕਦੀ ਹਾਰ ਨਹੀਂ ਮੰਨਣੀ ਚਾਹੀਦੀ। ਜੋ ਲੋਕ ਕਨਾਨ ਵਿੱਚ ਪ੍ਰਵੇਸ਼ ਨਹੀਂ ਕਰ ਸਕੇ, ਇਹ ਉਹੀ ਸੀ ਜਿਨ੍ਹਾਂ ਨੇ ਅੱਧੇ ਰਾਹ ਵਿੱਚ ਹਾਰ ਮੰਨੀ। ਉਹਨਾਂ ਨੇ ਪ੍ਰੀਖਿਆ ਵਿੱਚ ਡਿੱਗ ਕੇ ਹਾਰ ਮੰਨ ਲਈ। ਇਹ ਕਹਿਣ ਦੀ ਬਜਾਏ ਉਹਨਾਂ ਨੇ ਹਾਰ ਮੰਨ ਲਈ। ਬਾਈਬਲ ਉਹਨਾਂ ਬਾਰੇ ਕਿਵੇਂ ਦੱਸਦੀ ਹੈ? ਇਹ ਕਹਿੰਦੀ ਹੈ ਉਹ ਪ੍ਰੀਖਿਆ ਵਿੱਚ ਡਿੱਗ ਗਏ। ਭਰਾਵੋ ਅਤੇ ਭੈਣੋ, ਹਾਰ ਨਾ ਮੰਨੋ। ਹਰ ਕੋਈ ਘੱਟੋ ਘੱਟ ਇੱਕ ਵਾਰ ਡਿੱਗ ਸਕਦਾ ਹੈ। ਅਸੀਂ ਆਪਣੇ ਜੀਵਨ ਵਿੱਚ ਬੇਸਹਾਰਾ ਹੋ ਕੇ ਡਿੱਗ ਜਾਂਦੇ ਹਾਂ, ਪਰ ਜੇਕਰ ਅਸੀਂ ਡਿੱਗਦੇ ਹਾਂ ਤਦ ਸਾਨੂੰ ਦੁਬਾਰਾ ਉੱਠਣਾ ਚਾਹੀਦਾ ਹੈ। ਭਾਵੇਂ ਅਸੀਂ ਇੱਕ ਪੱਥਰ ਉੱਤੋਂ ਡਗਮਗਾਈਏ ਜਾਂ ਸਾਡੇ ਪੈਰ ਤਿਲਕਣ, ਤਦ ਅਸੀਂ ਡਿੱਗ ਸਕਦੇ ਹਾਂ। ਫਿਰ ਸਾਨੂੰ ਬਸ ਦੁਬਾਰਾ ਉੱਠਣ ਦੀ ਜ਼ਰੂਰਤ ਹੈ। ਇਸ ਤਰ੍ਹਾਂ ਕਰਕੇ ਸਾਨੂੰ ਸਵਰਗ ਦੇ ਰਾਜ ਤੱਕ ਜੋ ਸਾਡੀ ਮੰਜ਼ਿਲ ਹੈ ਪਹੁੰਚਣ ਵਿੱਚ ਅਸਫਲ ਨਹੀਂ ਹੋਣਾ ਚਾਹੀਦਾ, ਕਿਉਂਕਿ ਪਰਮੇਸ਼ਵਰ ਇਸ ਯੁੱਗ ਨੂੰ ਆਦਿ ਤੋਂ ਦੇਖਦੇ ਹਨ। ਇਸ ਲਈ ਪਰਮੇਸ਼ਵਰ ਇਸ ਸੰਦੇਸ਼ ਦੁਆਰਾ ਸਾਨੂੰ ਉਤਸ਼ਾਹਿਤ ਕਰ ਰਹੇ ਹਨ। ਪਰਮੇਸ਼ਵਰ ਨੇ ਕਿਹਾ, ਜੰਗਲ ਵਿੱਚ ਇਜ਼ਰਾਈਲੀਆਂ ਦੇ 40 ਸਾਲਾਂ ਦੇ ਜੀਵਨ ਵਿੱਚ ਜੋ ਹੋਇਆ ਉਸ ਨੂੰ ਨਾ ਭੁੱਲੋ। ਇਹ ਯਾਦ ਰੱਖਣ ਦੀ ਲੋੜ ਹੈ ਕਿ ਉਹਨਾਂ ਨੇ ਕਿਉਂ ਹਾਰ ਮੰਨੀ ਅਤੇ ਉਹ ਕਨਾਨ ਵਿੱਚ ਪ੍ਰਵੇਸ਼ ਕਿਉਂ ਨਹੀਂ ਕਰ ਸਕੇ, ਤਾਂ ਜੋ ਤੁਸੀਂ ਸਵਰਗ ਵਿੱਚ ਪ੍ਰਵੇਸ਼ ਕਰਨ ਵਿੱਚ ਅਸਫਲ ਨਾ ਹੋਵੋ। ਪਰਮੇਸ਼ਵਰ ਨੇ ਸਾਨੂੰ ਇਹ ਕਿਹਾ ਕਿ ਸਵਰਗ ਵਿੱਚ ਪ੍ਰਵੇਸ਼ ਕਰਨ ਲਈ ਇਜ਼ਰਾਈਲੀਆਂ ਦੀ ਤੁਲਨਾ ਵਿੱਚ ਜ਼ਿਆਦਾ ਮਹਾਨ ਵਿਸ਼ਵਾਸ ਰੱਖੋ। ਆਓ ਅਸੀਂ ਵਿਵਸਥਾ ਸਾਰ ਅਧਿਆਇ 8 ਵਚਨ 2 ਤੇ ਨਜ਼ਰ ਪਾਈਏ। ਤੁਸੀਂ ਉਸ ਸਾਰੇ ਰਸਤੇ ਨੂੰ ਯਾਦ ਰੱਖੋ ਜਿਹਦੇ ਵਿੱਚ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ 40 ਵਰ੍ਹੇ ਉਜਾੜ ਦੇ ਵਿੱਚ ਲਈ ਫਿਰਦਾ ਰਿਹਾ। ਸਾਨੂੰ ਇਸ ਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਇਸ ਨੂੰ ਯਾਦ ਰੱਖਣਾ ਚਾਹੀਦਾ ਹੈ। ਸਾਨੂੰ ਇਹ ਕਿਉਂ ਯਾਦ ਰੱਖਣਾ ਚਾਹੀਦਾ ਹੈ? ਸਵਰਗ ਵਿੱਚ ਪ੍ਰਵੇਸ਼ ਕਰਨ ਲਈ ਸਾਨੂੰ ਉਹਨਾਂ ਦੇ ਉਦਾਹਰਣ ਤੋਂ ਸਿੱਖਣਾ ਚਾਹੀਦਾ ਹੈ। ਉਹਨਾਂ ਨੇ ਹਾਰ ਮੰਨੀ, ਪਰ ਅਸੀਂ ਹਾਰ ਨਹੀਂ ਮੰਨਾਂਗੇ। ਭਾਵੇਂ 3000 ਮੀਟਰ ਰੀਲੇ ਵਿੱਚ ਇੱਕ ਸਕੇਟਰ ਡਿੱਗ ਗਈ, ਪਰ ਉਹ ਦੁਬਾਰਾ ਉੱਠੀ, ਜਿਸ ਨਾਲ ਉਸ ਦੀ ਟੀਮ ਦੂਸਰੀ ਟੀਮਾਂ ਨੂੰ ਹਰਾ ਕੇ ਪਹਿਲੇ ਨੰਬਰ ਤੇ ਆ ਗਈ। ਇਹ ਦੇਖ ਕੇ ਮੈਂ ਸੋਚਿਆ ਕਿ ਪਰਮੇਸ਼ਵਰ ਨੇ ਇਹ ਹਾਲਾਤ ਕਿਉਂ ਬਣਾਏ? ਪਰਮੇਸ਼ਵਰ ਨੇ ਸਾਨੂੰ ਇਹ ਕਿਉਂ ਦੇਖਣ ਦਿੱਤਾ? ਭਾਵੇਂ ਸਕੇਟਰ 3000 ਮੀਟਰ ਰੀਲੇ ਵਿੱਚ ਡਿੱਗ ਗਈ, ਪਰ ਉਹ ਸਕੇਟਿੰਗ ਕਰਦੀ ਰਹੀ। ਭਾਵੇਂ ਉਹ ਡਿੱਗ ਗਈ, ਪਰ ਉਹ ਉੱਠ ਗਈ। ਇਹ ਕਹਾਣੀ ਮੇਰੇ ਲਈ ਸਭ ਤੋਂ ਪ੍ਰਭਾਵਸ਼ਾਲੀ ਸੀ।
ਪਰਮੇਸ਼ਵਰ ਨੇ ਵਿਵਸਥਾ ਸਾਰ ਅਧਿਆਇ 8 ਵਚਨ 2 ਵਿੱਚ ਕਿਹਾ ਕਿ ਸਾਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ ਪਰਮੇਸ਼ਵਰ ਨੇ ਇਜ਼ਰਾਈਲੀਆਂ ਨੂੰ ਜੰਗਲ ਵਿੱਚ ਕਿਉਂ ਚਲਾਇਆ। ਇਹ ਤੁਹਾਨੂੰ ਅਧੀਨ ਬਣਾਉਣ ਲਈ ਅਤੇ ਹੋਰ ਕੀ ਕਰਨ ਲਈ ਸੀ। ਮੈਂ ਇਹ ਦੇਖਣ ਲਈ ਤੁਹਾਡੀ ਪ੍ਰੀਖਿਆ ਕੀਤੀ ਕਿ ਤੁਹਾਡੇ ਕੋਲ ਸਵਰਗ ਵਿੱਚ ਪ੍ਰਵੇਸ਼ ਕਰਨ ਲਈ ਪੂਰਾ ਵਿਸ਼ਵਾਸ ਹੈ। ਕਦੀ-ਕਦੀ ਪਰਮੇਸ਼ਵਰ ਸਾਨੂੰ ਇੱਕ ਅਜਿਹੇ ਰਾਹ ਤੇ ਚੱਲਣ ਦਿੰਦੇ ਹਨ ਜੋ ਕਦੀ-ਕਦੀ ਬੋਰਿੰਗ, ਬਹੁਤ ਵਿਅਸਤ, ਕਦੀ-ਕਦੀ ਥਕਾਵਟ ਨਾਲ ਭਰਿਆ ਜਾਂ ਸੌਖਾ ਹੁੰਦਾ ਹੈ। ਪਰਖੇ ਅਤੇ ਜਾਣੇ ਭਾਈ ਤੁਹਾਡੇ ਮਨ ਵਿੱਚ ਕੀ ਹੈ, ਅਰਥਾਤ ਕੀ ਤੁਸੀਂ ਉਸ ਦੇ ਹੁਕਮਾਂ ਉੱਤੇ ਚੱਲੋਗੇ ਵੀ ਕਿ ਨਹੀਂ। ਵਚਨ 3, ਉਸਨੇ ਤੁਹਾਨੂੰ ਅਧੀਨ ਕੀਤਾ ਅਤੇ ਤੁਹਾਨੂੰ ਭੁੱਖੇ ਹੋਣ ਦਿੱਤਾ ਅਤੇ ਉਹ ਮਨ ਜਿਸ ਨੂੰ ਨਾ ਤੁਸੀਂ ਨਾ ਤੁਹਾਡੇ ਪਿਓ ਦਾਦੇ ਜਾਣਦੇ ਸਨ ਤੁਹਾਨੂੰ ਖਿਲਾਇਆ, ਤਾਂ ਜੋ ਤੁਹਾਨੂੰ ਸਿਖਾਵੇ ਭਾਈ ਆਦਮੀ ਨਿਰੀ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ, ਪਰ ਹਰ ਇੱਕ ਵਾਕ ਨਾਲ ਜਿਹੜਾ ਯਹੋਵਾ ਦੇ ਮੂੰਹੋਂ ਨਿਕਲਦਾ ਹੈ ਆਦਮੀ ਜਿਉਂਦਾ ਰਹੇਗਾ। ਇਹਨਾਂ 40 ਵਰ੍ਹਿਆਂ ਵਿੱਚ ਨਾ ਤੁਹਾਡੇ ਉਪਰਾਲੇ ਵਸਤਰ ਹੰਡੇ, ਨਾ ਤੁਹਾਡੇ ਪੈਰ ਸੁੱਜੇ। ਤੁਸੀਂ ਆਪਣੇ ਮਨ ਵਿੱਚ ਵਿਚਾਰ ਕਰੋ ਕਿ ਜਿਵੇਂ ਮਨੁੱਖ ਆਪਣੇ ਪੁੱਤਰ ਨੂੰ ਤਾੜਦਾ ਹੈ, ਤਿਵੇਂ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਤਾੜਦਾ ਰਿਹਾ। ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕਰੋ ਤਾਂ ਜੋ ਉਸ ਦੇ ਰਾਹਾਂ ਤੇ ਚੱਲੋ ਅਤੇ ਉਸ ਤੋਂ ਡਰਦੇ ਰਹੋ, ਕਿਉਂ ਜੋ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਇੱਕ ਚੰਗੀ ਧਰਤੀ ਵਿੱਚ ਲਿਆ ਰਿਹਾ ਹੈ, ਇੱਕ ਧਰਤੀ ਜਿੱਥੇ ਪਾਣੀ ਦੇ ਨਾਲੇ, ਚਸ਼ਮੇ ਅਤੇ ਡੂੰਘੇ ਸੋਤੇ ਹਨ ਜਿਹੜੇ ਦੂਣਾ ਅਤੇ ਪਹਾੜਾਂ ਵਿੱਚ ਵਗਦੇ ਹਨ। ਇੱਕ ਧਰਤੀ ਜਿੱਥੇ ਕਣਕ, ਜੌਂ, ਅੰਗੂਰ, ਹੰਜੀਰ ਅਤੇ ਅਨਾਰ ਹੁੰਦੇ ਹਨ। ਇੱਕ ਧਰਤੀ ਜਿੱਥੇ ਜੈਤੂਨ ਦਾ ਤੇਲ ਅਤੇ ਸ਼ਹਿਦ ਹੁੰਦਾ ਹੈ। ਇੱਕ ਧਰਤੀ ਜਿਹਦੇ ਵਿੱਚ ਤੁਸੀਂ ਤੰਗੀ ਦੀ ਰੋਟੀ ਨਾ ਖਾਓਗੇ ਅਤੇ ਉੱਥੇ ਤੁਹਾਨੂੰ ਕਿਸੇ ਚੀਜ਼ ਦੀ ਥੋੜ ਨਾ ਹੋਵੇਗੀ। ਇੱਕ ਧਰਤੀ ਜਿਹਦੇ ਪੱਥਰ ਲੋਹੇ ਦੇ ਹਨ ਅਤੇ ਜਿਹਦੀ ਪਹਾੜੀਆਂ ਨੂੰ ਪੁੱਟ ਕੇ ਤੁਸੀਂ ਤਾਂਬਾ ਕੱਢੋਗੇ। ਤੁਸੀਂ ਰੱਜ ਕੇ ਖਾਓਗੇ ਅਤੇ ਯਹੋਵਾ ਆਪਣੇ ਪਰਮੇਸ਼ਵਰ ਨੂੰ ਉਸ ਚੰਗੀ ਧਰਤੀ ਦੇ ਕਾਰਨ ਜਿਹੜੀ ਉਸ ਤੁਹਾਨੂੰ ਦਿੱਤੀ ਮੁਬਾਰਕ ਆਖੋਗੇ। ਚੌਕਸ ਰਹੋ ਮਤੇ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਨੂੰ ਵਿਸਰ ਜਾਓ ਅਤੇ ਉਸ ਦੇ ਹੁਕਮਾਂ, ਕਾਨੂੰਨਾਂ ਅਤੇ ਵਿਧੀਆਂ ਨੂੰ ਜਿਹਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਨਾ ਮੰਨੋ। ਬਾਈਬਲ ਸਾਨੂੰ ਇਸ ਪ੍ਰਕਾਰ ਸਿਖਾਉਂਦੀ ਹੈ। ਪਰਮੇਸ਼ਵਰ ਨੇ ਸਾਨੂੰ ਕਿਹਾ ਕਿ ਜੰਗਲ ਵਿੱਚ ਜੋ ਕੁਝ ਹੋਇਆ ਉਸ ਨੂੰ ਨਾ ਭੁੱਲਣਾ। ਜੇਕਰ ਅਸੀਂ ਇਜ਼ਰਾਈਲੀਆਂ ਵਾਂਗ ਇੱਕੋ ਰਾਹ ਤੇ ਚੱਲਦੇ ਹਾਂ ਤਦ ਅਸੀਂ ਇਜ਼ਰਾਈਲੀਆਂ ਵਾਂਗ ਹੀ ਹਾਰ ਮੰਨ ਲਵਾਂਗੇ, ਨਿਰਾਸ਼ ਹੋ ਜਾਵਾਂਗੇ ਅਤੇ ਤਿੱਤਰ-ਬਿੱਤਰ ਹੋ ਜਾਵਾਂਗੇ। ਇਸ ਲਈ ਪਰਮੇਸ਼ਵਰ ਸਾਨੂੰ ਉਹਨਾਂ ਦਾ ਰਾਹ ਯਾਦ ਰੱਖਣ ਲਈ ਕਹਿੰਦੇ ਹਨ ਤਾਂ ਜੋ ਅਸੀਂ ਵਿਸ਼ਵਾਸ ਦੇ ਜੰਗਲ ਵਿੱਚ ਚੱਲਦੇ ਹੋਏ ਉਸ ਰਾਹ ਦੇ ਆਲੇ-ਦੁਆਲੇ ਨਾ ਜਾ ਸਕੀਏ। ਆਓ ਅਸੀਂ ਕਦੀ ਨਿਰਾਸ਼ ਨਾ ਹੋਈਏ। ਸਾਨੂੰ ਹਾਰ ਵੀ ਨਹੀਂ ਮੰਨਣੀ ਚਾਹੀਦੀ। ਤੁਸੀਂ ਸੰਸਾਰ ਦੀ ਹਰ ਚੀਜ਼ ਤੇ ਹਾਰ ਮੰਨ ਸਕਦੇ ਹੋ ਪਰ ਸਵਰਗ ਦੇ ਰਾਜ ਤੇ ਕਦੀ ਨਹੀਂ। ਆਓ ਅਸੀਂ ਹੌਸਲਾ ਰੱਖੀਏ। ਭਾਵੇਂ ਸਾਡਾ ਸਰੀਰਕ ਜੀਵਨ ਔਖਾ ਹੋ ਸਕਦਾ ਹੈ ਅਤੇ ਕਾਫੀ ਮੁਸ਼ਕਲਾਂ ਸਾਨੂੰ ਰੋਕ ਸਕਦੀਆਂ ਹਨ ਅਤੇ ਵਿਸ਼ਵਾਸ ਤੇ ਸਾਡੇ ਜੀਵਨ ਨੂੰ ਔਖਾ ਬਣਾ ਸਕਦੀਆਂ ਹਨ, ਪਰ ਪਰਮੇਸ਼ਵਰ ਉਹਨਾਂ ਨੂੰ ਸਿਰਫ ਥੋੜੇ ਚਿਰ ਲਈ ਸਾਡੇ ਸਾਹਮਣੇ ਰੱਖਦੇ ਹਨ ਅਤੇ ਹਮੇਸ਼ਾ ਸਾਡੇ ਲਈ ਰਾਹ ਖੋਲ੍ਹਦੇ ਹਨ। ਪਰਮੇਸ਼ਵਰ ਇਹ ਦੇਖਣਾ ਚਾਹੁੰਦੇ ਹਨ ਕਿ ਅਸੀਂ ਹੁਣ ਵੀ ਛੋਟੇ ਬੱਚੇ ਹਾਂ ਜੋ ਇੱਕ ਛੋਟੀ ਜਿਹੀ ਰੁਕਾਵਟ ਨੂੰ ਰੇਂਘ ਕੇ ਪਾਰ ਨਹੀਂ ਕਰ ਸਕਦੇ, ਜਾਂ ਅਸੀਂ ਵੱਡੇ ਹੋ ਗਏ ਹਾਂ ਜੋ ਆਸਾਨੀ ਨਾਲ ਕਿਸੇ ਵੀ ਚੀਜ਼ ਨੂੰ ਪਾਰ ਕਰ ਸਕਦੇ ਹਨ। ਕਿਉਂਕਿ ਪਰਮੇਸ਼ਵਰ ਨੇ ਰਾਹ ਖੋਲ੍ਹਣ ਦਾ ਵਾਅਦਾ ਕੀਤਾ ਹੈ। ਤਦ ਆਓ ਅਸੀਂ ਮੁਸ਼ਕਿਲਾਂ ਉੱਤੇ ਚਿਪਟੇ ਨਾ ਰਹੀਏ ਜਾਂ ਫਿਰ ਨਿਰਾਸ਼ ਜਾਂ ਹਾਰੇ ਹੋਏ ਮਹਿਸੂਸ ਨਾ ਕਰੀਏ। ਸਿਯੋਨ ਦੇ ਸਾਡੇ ਪਰਿਵਾਰ ਦੇ ਮੈਂਬਰੋ, ਆਓ ਅਸੀਂ ਹਮੇਸ਼ਾ ਯਾਦ ਰੱਖੀਏ ਕਿ ਸਾਡੇ ਕੋਲ ਸਵਰਗ ਦੀ ਆਸ ਹੈ ਅਤੇ ਅਸੀਂ ਪਿਤਾ ਅਤੇ ਮਾਤਾ ਜੀ ਦੇ ਨਾਲ ਮਿਲ ਕੇ ਖੁਸ਼ਖਬਰੀ ਦੇ ਰਾਹ ਤੇ ਚੱਲ ਰਹੇ ਹਾਂ। ਇਸ ਲਈ ਆਓ ਅਸੀਂ ਹਮੇਸ਼ਾ ਖੁਸ਼ ਰਹੀਏ। ਇਸ ਤਰ੍ਹਾਂ ਕਰਨ ਤੇ ਆਓ ਅਸੀਂ ਸਾਰੇ ਸੋਹਣੇ ਸਵਰਗੀ ਪਰਿਵਾਰ ਬਣੀਏ ਜੋ ਆਪਣੇ ਆਤਮਿਕ ਘਰ ਸਵਰਗ ਵਿੱਚ ਜਿੱਥੇ ਪਿਤਾ ਅਤੇ ਮਾਤਾ ਜੀ ਰਹਿੰਦੇ ਹਨ ਹਮੇਸ਼ਾ ਲਈ ਸਦੀਪਕ ਜੀਵਨ ਅਤੇ ਖੁਸ਼ੀ ਦਾ ਆਨੰਦ ਲੈਣ ਵਿੱਚ ਕਾਬਿਲ ਹੋਣਗੇ। ਸਿਯੋਨ ਦੇ ਸਾਡੇ ਪਰਿਵਾਰ ਦੇ ਮੈਂਬਰੋ, ਹੌਸਲਾ ਰੱਖੋ ਅਤੇ ਬਹੁਤ ਸਾਰੀ ਆਸ਼ੀਸ਼ਾਂ ਨੂੰ ਪ੍ਰਾਪਤ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ।